ਗੋਲਡੀ ਬਰਾੜ ਤੇ ਗਵਰਨਮੈਂਟ ਦੇ ਟਾਪ ਸੋਰਸਿਸ ਤੋਂ ਵੱਡੀ ਖਬਰ। FBI ਦੀ ਨਿਗਰਾਨੀ ਹੇਠ ਹੈ ਗੋਲਡੀ ਬਰਾੜ। ਨਿਗਰਾਨੀ ਨੂੰ ਗ੍ਰਿਫਤਾਰੀ ਤੇ ਹਵਾਲਗੀ 'ਚ ਬਦਲਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ। ਰਾਜਸਥਾਨ ਦੇ ਸੀਕਰ ਦੇ ਵਿੱਚ ਵੱਡੀ ਵਾਰਦਾਤ। ਗੈਂਗਸਟਰ ਰਾਜੂ ਠੇਠ ਦਾ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ। ਸ਼ਰੇਆਮ ਗੋਲੀਆਂ ਮਾਰ ਕੇ ਫਰਾਰ ਹੋਏ ਸ਼ੂਟਰ ਲਾਰੈਂਸ ਦੇ ਕਰੀਬੀ ਨੇ ਲਈ ਜ਼ਿੰਮੇਵਾਰੀ। ਫਾਜ਼ਿਲਕਾ ਦੇ ਵਿੱਚ ਨਸ਼ੇ ਦੀ ਵੱਡੀ ਖੇਪ ਬਰਾਮਦ। ਹਥਿਆਰਾਂ ਸਣੇ 26 ਕਿਲੋ ਹੈਰੋਇਨ ਰਿਕਵਰ। ਡਰੋਨ ਦੇ ਜ਼ਰੀਏ ਸੁੱਟੀ ਗਈ ਸੀ ਖੇਪ। ਪੰਜਾਬ ਬੀਜੇਪੀ ਨੇ ਐਲਾਨੀ ਨਵੀਂ ਟੀਮ। ਵੇਰਕਾ, ਫਤਿਹਜੰਗ ਬਾਜਵਾ ਤੇ ਕੇਵਲ ਢਿੱਲੋਂ ਸਣੇ 11 ਉਪ ਪ੍ਰਧਾਨ। ਜੈਇੰਦਰ ਕੌਰ ਦਾ ਵੀ ਵਾਈਸ ਪ੍ਰੈਜ਼ੀਡੈਂਟ ਦੀ ਲਿਸਟ ਦੇ ਵਿੱਚ ਨਾਮ। ਗੁਰਪ੍ਰੀਤ ਕਾਂਗੜ ਸਣੇ 5 ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ। ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਦਾ ਬਿਆਨ। ਸੁਪਰੀਮ ਕੋਰਟ ਦੇ ਹੁਕਮਾਂ ਤੇ ਬਣਾਈ HSGMC ਦੀ ਐਡ ਹਾਕ ਕਮੇਟੀ। ਬੀਜੇਪੀ ਧਾਰਮਿਕ ਮਾਮਲਿਆਂ 'ਚ ਨਹੀਂ ਦਿੰਦੀ ਦਖਲ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ ਸ਼ਰੇਆਮ ਗੈਂਗ ਵਾਰ ਦੀ ਘਟਨਾ ਵਾਪਰੇ, ਦਿਨ ਦਿਹਾੜੇ ਇੱਕ ਵੱਡੇ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਗੈਂਗਸਟਰ ਦੇ ਨਾਲ ਜੁੜੀ ਹੋਈ ਖਬਰ ਦੇ ਨਾਲ। ਖਬਰ ਰਾਜਸਥਾਨ ਤੋਂ ਹੈ, ਜਿੱਥੋਂ ਦੇ ਸੀਕਰ ਦੇ ਵਿੱਚ ਇੱਕ ਕੁਖਿਆਤ ਗੈਂਗਸਟਰ ਰਾਜੂ ਠੇਠ ਦਾ ਸੀਕਰ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ। ਔਰ ਜਿਸ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਉਸ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕੋਚਿੰਗ ਇੰਸਟੀਚਿਊਟ ਦੀ ਡਰੈਸ ਪਾ ਕੇ ਆਏ ਬਦਮਾਸ਼ਾਂ ਨੇ ਘਰ ਦੇ ਬਾਹਰ ਖੜੇ ਰਾਜੂ ਦੇ ਉੱਤੇ ਫਾਇਰਿੰਗ ਕਰ ਦਿੱਤੀ ਅਤੇ 3 ਤੋਂ ਜ਼ਿਆਦਾ ਗੋਲੀਆਂ ਲੱਗੀਆਂ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਉਧਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰੋਹਿਤ ਗੁਦਾਰਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਕਤਲकांड ਦੇ ਵਿੱਚ 4 ਸ਼ਾਰਪ ਸ਼ੂਟਰ ਸ਼ਾਮਲ ਸਨ। 4 ਦੀ ਪਹਿਚਾਣ भी कर ली गई। हमारे पास में जानकारी है, जो फुटेज हमारे पास में आसपास के कैमरों से हमने ली है, उससे ये पता चलता है कि 4 लड़के हैं, जिनमें से शायद किसी को वो जानता भी है, क्योंकि एक लड़का उससे कुछ देर बात करता हुआ दिखता है। बाकी जो डिटेल है वो हम डेवलप करने के बाद आपको बता पाएंगे। ਇਸ ਏਰੀਆ ਦੇ ਵਿੱਚ ਲੱਗੇ CCTV ਫੁਟੇਜ ਦੇ ਵਿੱਚ 4 ਬਦਮਾਸ਼ ਨਜ਼ਰ ਆਏ। ਇਸ ਦੇ ਨਾਲ ਉਹ ਹਥਿਆਰਾਂ ਦੇ ਨਾਲ ਭੱਜਦੇ ਨਜ਼ਰ ਆਉਂਦੇ ਨੇ। ਇੱਕ CCTV ਫੁਟੇਜ ਦੇ ਵਿੱਚ ਇੱਕ ਸ਼ੂਟਰ ਹੈ ਰਾਜੂ ਠੇਠ ਦੇ ਨਾਲ ਕੁਝ ਗੱਲ ਕਰਦਾ ਨਜ਼ਰ ਆ ਰਿਹਾ ਹੈ। ਉਸ ਵੇਲੇ ਗੋਲੀ ਚੱਲਦੀ ਹੈ ਤੇ ਰਾਜੂ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ। ਅਤੇ ਇੱਕ ਹੋਰ CCTV ਫੁਟੇਜ ਹੈ ਜਿਸ ਦੇ ਵਿੱਚ ਬਦਮਾਸ਼ ਕਤਲ ਤੋਂ ਬਾਅਦ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੁੰਦੇ ਨਜ਼ਰ ਆਉਂਦੇ ਨੇ। ਉਧਰ ਪੁਲਿਸ ਇਸ ਪੂਰੇ ਮਾਮਲੇ ਨੂੰ ਗੈਂਗਵਾਰ ਦੇ ਨਾਲ ਵੀ ਜੋੜ ਕੇ ਦੇਖ ਰਹੀ ਹੈ। ਤੇ ਰਾਜਸਥਾਨ ਦੇ ਵਿੱਚ ਪੂਰਾ ਘਟਨਾਕ੍ਰਮ ਵਾਪਰਿਆ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਗੈਂਗਸਟਰ ਜਾਂ ਗੈਂਗ ਵਾਰਜ਼ ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ, ਬਲਕਿ ਹਰਿਆਣਾ, ਰਾਜਸਥਾਨ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਗੈਂਗਸਟਰਸ ਦਾ ਵੱਡਾ ਨੈਟਵਰਕ ਨਜ਼ਰ ਆਉਂਦਾ ਹੈ ਔਰ ਵੱਖ-ਵੱਖ ਗੈਂਗਸ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ। ਖੈਰ, ਜਦੋਂ ਗੈਂਗਸਟਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰਨ ਤੇ ਚੁਣੌਤੀ ਬਣ ਜਾਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮੂਸੇਵਾਲਾ ਕੇਸ ਦੇ ਮੋਸਟ ਵਾਂਟਡ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਡਿਟੇਨ ਦੀ ਖਬਰ ਨੂੰ ਲਾਰੈਂਸ ਦੇ ਵਕੀਲ ਨੇ ਝੂਠਾ ਦੱਸਿਆ। ਗੋਲਡੀ ਬਰਾੜ ਨੂੰ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਨੂੰ ਡਿਟੇਨ ਨਹੀਂ ਕੀਤਾ ਗਿਆ। ਵਿਸ਼ਾਲ ਚੋਪੜਾ ਦੀ ਮੰਨੀਏ ਤਾਂ ਸਭ ਫੇਕ ਨਿਊਜ਼ ਹੈ, ਅਜਿਹਾ ਕੁਝ ਨਹੀਂ ਹੋਇਆ। मेरे साथ बिल्कुल फेक न्यूज़ है। अगर ऐसा कुछ हुआ होता तो अमेरिकन एजेंसीज के द्वारा जो है कोई भी होम मिनिस्ट्री के अंदर कोई भी मैसेज फैक्ट किया जाता या कोई भी ईमेल आती। अब ये कहना कि वो जो है FBI जो है वहाँ पे जो अमेरिकन एजेंसीज हैं वो पंजाब गवर्नमेंट को डायरेक्टली वहाँ पे करिए कि डाउटफुल जो है इस चीज़ में अपने आप में डाउट क्रिएट होता है। उधर सरकार ਦੇ ਵਿਰੋਧੀ ਲਾਰੈਂਸ ਦੇ ਵਕੀਲ ਦੇ ਦਾਅਵੇ ਦੇ ਉੱਤੇ CM ਨੂੰ ਘੇਰ ਰਹੇ ਨੇ। ਅਕਾਲੀ ਆਗੂ ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ CM ਮਾਨ ਦਾ ਪੰਜਾਬ ਨੂੰ ਗੁੰਮਰਾਹ ਕਰਨਾ ਮੰਦਭਾਗਾ ਹੈ। ਚੀਫ ਮਿਨਿਸਟਰ ਭਗਵੰਤ ਮਾਨ ਨੇ ਇਸ ਮਿਸਲੀਡਿੰਗ ਸਟੇਟਮੈਂਟ ਕਿਉਂ ਦਿੱਤੀ ਕਿ ਆਪਦੀ ਸ਼ਾਖ ਬਚਾਉਣ ਲਈ, ਕਿ ਆਪਦੇ ਲਾਅ ਐਂਡ ਆਰਡਰ ਨੂੰ ਦਿਖਾਉਣ ਲਈ ਕਿ ਬਹੁਤ ਵਧੀਆ ਕੰਮ ਕਰ ਰਹੇ ਆ। ਦਰਅਸਲ ਇਹ ਖਬਰਾਂ ਸਾਹਮਣੇ ਆਈਆਂ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਤੇ ਜਲਦ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਤੇ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਗੋਲਡੀ FBI ਦੀ ਸਰਵਿਲਾਂਸ ਦੇ ਉੱਤੇ ਹੈ। ਤਾਂ ਇਹ ਕਦੋਂ ਕਲੀਅਰ ਹੋਏਗਾ ਕਿ ਗੋਲਡੀ ਕਦੋਂ ਭਾਰਤ ਲਿਆਇਆ ਜਾਵੇਗਾ ਜਾਂ ਕਿੰਨਾ ਸਮਾਂ ਲੱਗੇਗਾ? ਫਿਲਹਾਲ ਇਹੀ ਜਾਣਕਾਰੀ ਹੈ ਕਿ ਗੋਲਡੀ ਬਰਾੜ ਤੱਕ ਤਾਂ ਏਜੰਸੀ ਜਾਂ ਫਿਰ ਕਹੀਏ ਕਿ ਅਮਰੀਕਾ ਦੀ ਪੁਲਿਸ ਪਹੁੰਚ ਗਈ, ਪਰ ਉਸ ਨੂੰ ਸਰਵਿਲਾਂਸ ਦੇ ਉੱਤੇ ਰੱਖਿਆ ਗਿਆ, ਯਾਨੀ ਕਿ
ਗੋਲਡੀ ਬਰਾੜ ਹੁਣ ਜਿੱਥੋਂ ਵੀ ਸਾਲਟ ਲੇਕ ਸਿਟੀ ਤੋਂ ਅੱਗੇ ਕਿਤੇ ਮੂਵ ਹੋਏਗਾ ਤਾਂ ਫਿਰ ਪੁਲਿਸ ਦੀ, ਅਮਰੀਕਨ ਪੁਲਿਸ ਔਰ FBI ਦੀ ਨਜ਼ਰ ਉਸ ਦੇ ਉੱਤੇ ਰਹੇਗੀ। ਉਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਵਧਿਆ ਹੈ। ਇੱਕ ਹੋਰ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। NIA ਨੂੰ 4 ਦਿਨ ਦਾ ਹੋਰ ਰਿਮਾਂਡ ਹਾਸਲ ਹੋਇਆ ਹੈ। ਪਟਿਆਲਾ ਹਾਊਸ ਕੋਰਟ ਨੇ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਸੀ ਲਾਰੈਂਸ ਬਿਸ਼ਨੋਈ ਨੂੰ ਔਰ ਗੈਂਗਸਟਰਾਂ ਦੇ ਅੱਤਵਾਦੀਆਂ ਦੇ ਨਾਲ ਲਿੰਕ ਹੁਣ NIA ਭਾਲ ਰਹੀ ਹੈ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਰਾਜਸਥਾਨ ਦੇ ਸੀਕਰ ਦੇ ਵਿੱਚ ਰਾਜੂ ਠੇਠ ਗੈਂਗਸਟਰ ਦਾ ਕਤਲ ਹੋਇਆ, ਉਸ ਨੂੰ ਲੈ ਕੇ ਵੀ ਲਾਰੈਂਸ ਬਿਸ਼ਨੋਈ ਤੋਂ ਸਵਾਲ ਜਵਾਬ ਕੀਤੇ ਜਾਣਗੇ। ਲਾਰੈਂਸ ਨੇ ਰਾਜੂ ਠੇਠ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ NIA ਨੇ ਲਾਰੈਂਸ ਦਾ 10 ਦਿਨ ਦਾ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਸਿਰਫ 4 ਦਿਨ ਦਾ ਹੀ ਰਿਮਾਂਡ ਹੋਰ ਦਿੱਤਾ ਹੈ। ਕਾਬਿਲੇ ਗੌਰ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਲਿਆਂਦਾ ਗਿਆ ਸੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੂਨ ਮਹੀਨੇ ਦੇ ਵਿੱਚ ਔਰ ਕਰੀਬ 10 ਦਿਨ ਪਹਿਲਾਂ ਹੀ NIA ਉਸ ਨੂੰ ਲੈ ਕੇ ਗਈ ਹੈ। ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੀਆਂ ਜ਼ਿਲ੍ਹਿਆਂ ਦੀ ਪੁਲਿਸ ਆ ਉਸ ਨੂੰ ਲੈ ਕੇ ਗਈ ਲਾਰੈਂਸ ਬਿਸ਼ਨੋਈ ਨੂੰ, ਵੱਖ-ਵੱਖ ਕੇਸਿਸ ਦੇ ਵਿੱਚ ਰਿਮਾਂਡ ਦੇ ਉੱਤੇ ਲਿਆ, ਪੁੱਛਗਿੱਛ ਕੀਤੀ ਗਈ। ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਪੁੱਛਗਿੱਛ ਹੋਈ ਤੇ ਹੁਣ NIA ਦੇ ਸ਼ਿਕੰਜੇ ਦੇ ਵਿੱਚ ਹੈ ਤੇ NIA ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਹੈ। NIA ਦਾ ਫੋਕਸ ਇਸ ਸਮੇਂ ਸਿੱਧੇ ਤੌਰ ਦੇ ਉੱਤੇ ਉਸ ਪੂਰੇ ਨੈਕਸਸ ਨੂੰ ਤੋੜਨ ਦਾ ਹੈ ਜਿਹੜਾ ਨਾਰਕੋ ਟੈਰਰਿਜ਼ਮ ਕਿਹਾ ਜਾਂਦਾ ਹੈ ਕਿ ਨਸ਼ੇ ਵਾਲੇ ਪੈਡਲਰਸ, ਦਹਿਸ਼ਤਗਰਦ ਅਤੇ ਗੈਂਗਸਟਰਸ ਇਹ ਜੋ ਮਿਲ ਕੇ ਇੱਕ ਤਰੀਕੇ ਨਾਲ ਕੋਈ ਨੈਕਸਸ ਚਲਾ ਰਹੇ ਨੇ, ਉਸ ਨੂੰ ਲੈ ਕੇ ਇਹ ਸਵਾਲ ਜਵਾਬ ਕੀਤੇ ਜਾ ਰਹੇ ਨੇ। मेरे क्लाइंट लॉरेंस बिश्नोई को जो है आज 10 दिन का उसका पुलिस रिमांड खत्म होने के बाद जो NIA है उन्होंने कंसर्न को बड़े कोर्ट में उसको पुलिस किया था और उन्हें फर्दर जो है 10 दिन का पुलिस रिमांड और मांगा था। और उनका ये कहना था कि जो लॉरेंस बिश्नोई है वो कॉन्ट्रैक्ट किलिंग के अंदर अभी भी एक्टिव है और जो है कई जगह से उसके हथियार रिकवर करने हैं। और इसके अलावा जो आज मॉर्निंग में राजू ठेठ का जो है सीकर में राजस्थान में मर्डर हो गया है, उसके अंदर भी इसी का हाथ है। इसी का गैंग जो है एक नेक्सस की तरह काम कर रहा है और इसके एसोसिएट जो काला गठरी वगैरह उनसे इनको कन्फ्रंट कराना है, जिसको हमने स्ट्रांगली अपोज किया। और हमने बताया कि ऑलरेडी जब हमारा क्लाइंट लॉरेंस बिश्नोई NIA की कस्टडी के अंदर है तो वो कैसे एक एंटी कॉन्स्पिरेसी का पार्टिसिपेट कर सकता है। तो इसलिए जो है उस हमारी पूरी दलीलों को मानते हुए ऑनरेबल कोर्ट ने जो है उनकी 10 दिन की जो एप्लीकेशन को खारिज कर दिया और सिर्फ 4 दिन का उनको पुलिस रिमांड दिया गया है। और ये कहते हुए कि अगर कोई भी स्ट्रॉन्ग एविडेंस अब लॉरेंस बिश्नोई के खिलाफ वो प्रोड्यूस नहीं करेंगे तो उनको फर्दर एक्सटेंशन नहीं मिलेगा। सर, गोल्डी बराड़ को लेकर कई तरह की बातें सामने आ रही हैं और ये कहा जा रहा है कि उसकी गिरफ्तारी हो गई। क्या आपको इस बारे में कोई जानकारी है? ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਪੁਲਿਸ ਦੇ ਉੱਤੇ ਫਾਇਰਿੰਗ ਕਰਕੇ ਭੱਜੇ 3 ਗੈਂਗਸਟਰਾਂ ਨੂੰ ਪੁਲਿਸ ਨੇ ਆਖਿਰਕਾਰ ਕਾਬੂ ਕਰ ਹੀ ਲਿਆ। ਇਹ ਉਹੀ ਮੁਲਜ਼ਮ ਹੈ ਜਿਨ੍ਹਾਂ ਦੀ ਚੈਰੀਟਨ ਦੇ ਵਿੱਚ ਪੁਲਿਸ ਦੇ ਨਾਲ ਮੁੱਠਭੇੜ ਹੋਈ ਸੀ। ਪੁਲਿਸ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਰਵੀ ਅਤੇ ਰੋਬਿਨ ਤੋਂ 6 ਪਿਸਟਲ ਵੀ ਬਰਾਮਦ ਕੀਤੇ ਸਨ। ਉਹਨਾਂ ਦੀ ਹੀ ਨਿਸ਼ਾਨਦੇਹੀ ਦੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਦੀ ਟੀਮ ਨੇ ਬਖਤਰਬੰਦ ਗੱਡੀਆਂ ਨੂੰ ਨਾਲ ਲੈ ਕੇ ਜਾ ਕੇ ਅਜਨਾਲਾ ਦੇ ਸਰਾਈ ਪਿੰਡ ਦੇ ਵਿੱਚ ਇੱਕ ਰੇਡ ਕੀਤੀ, ਜਿੱਥੇ 3 ਗੈਂਗਸਟਰ ਹਰਦੇਵ ਸਿੰਘ, ਬਰਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਲੁਕੇ ਹੋਏ ਸਨ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਕੁਝ ਇਹਨਾਂ ਦਾ ਆਪਸ 'ਚ ਲੈਣ ਦੇਣ ਦਾ ਮਸਲਾ ਸੀਗਾ ਜਿਹਦੀ ਸਾਨੂੰ ਇਨਫੋਰਮੇਸ਼ਨ ਸੀਗੀ ਔਰ ਇਹ ਆਪਸ 'ਚ ਵੀ ਪਹਿਲਾਂ ਥੋੜੀ ਬਹੁਤੀ ਇਹਨਾਂ ਦੀ ਝੜਪ ਚੱਲਦੀ ਰਹੀ ਸੀਗੀ, ਕਿਸੇ ਟਾਰਗੇਟ ਨੂੰ ਸ਼ੂਟ ਆਊਟ ਕਰਨਾ ਸੀਗਾ। ਸੋ ਇਹਦੇ ਨਾਲ ਇੱਕ ਤਾਂ ਵੱਡੀ ਗੱਲ ਹੈ ਕਿ ਉਹ ਜਿਹੜਾ ਟਾਰਗੇਟ ਬਚ ਗਿਆ ਔਰ ਉਹਦੀ ਜਿਹੜੀ ਹੈ ਨਹੀਂ ਤਾਂ ਇੱਕ ਫੇਰ ਸਹਿਮ ਦਾ ਮਾਹੌਲ ਹੋ ਜਾਂਦਾ, ਇੱਕ ਜਾਨ ਜਾਣੀ ਸੀ। ਅੰਮ੍ਰਿਤਸਰ ਪੁਲਿਸ ਨੇ 1 ਦਸੰਬਰ ਨੂੰ ਇਸ ਗੈਂਗ ਦੇ 2 ਮੈਂਬਰਾਂ ਨੂੰ ਫੜਿਆ ਸੀ ਜੋ ਚੈਰੀਟਨ ਦੇ ਵਿੱਚ ਇੱਕ ਘਰ ਦੇ ਵਿੱਚ ਆਏ ਸਨ। ਮੁਲਜ਼ਮ ਆਪਣੀ ਇਨੋਵਾ ਗੱਡੀ ਦੇ ਵਿੱਚ ਬੈਠ ਕੇ ਜਾ ਹੀ ਰਹੇ ਸੀ ਕਿ ਪੁਲਿਸ ਨੇ ਉਹਨਾਂ ਦੇ ਅੱਗੇ ਆਪਣੀ ਗੱਡੀ ਲਗਾ ਦਿੱਤੀ ਸੀ। ਪੁਲਿਸ ਨੂੰ ਦੇਖ ਕੇ ਸਾਰੇ ਮੁਲਜ਼ਮ ਮੌਕੇ ਤੋਂ ਭੱਜਣ ਲੱਗੇ। ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੁੱਠਭੇੜ ਵੀ ਹੋਈ, ਕਈ ਰਾਉਂਡ ਫਾਇਰ ਹੋਏ। ਪੁਲਿਸ ਨੇ ਭੱਜ ਰਹੇ 2 ਗੈਂਗਸਟਰ ਰੋਬਿਨ ਅਤੇ ਰਵੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ 3 ਸਾਥੀ ਮੌਕੇ ਤੋਂ ਭੱਜਣ 'ਚ ਕਾਮਯਾਬ ਰਹੇ, ਜਿਨ੍ਹਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ। ਖੈਰ ਪੁਲਿਸ ਨੂੰ ਚਕਮਾ ਦੇ ਕੇ ਭੱਜ ਰਹੇ ਸੀ, ਪਰ ਜਦੋਂ ਪੁਲਿਸ ਅਜਿਹੇ ਜਿਹੜੇ ਅਨਸਰ ਨੇ ਸਮਾਜ ਵਿਰੋਧੀ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਹੀ ਕਾਬੂ ਕਰ ਲਵੇ ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਮੋਹਾਲੀ ਤੋਂ ਹੈ। ਮੋਹਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਭੂਪੀ ਰਾਣਾ ਗੈਂਗ ਦਾ ਮੁੱਖ ਸਰਗਨਾ ਗ੍ਰਿਫਤਾਰ ਕੀਤਾ ਗਿਆ ਹੈ। ਜੀ ਹਰਿਆਣਾ ਤੋਂ ਗੈਂਗਸਟਰ ਅੰਕਿਤ ਰਾਣਾ ਨੂੰ ਕਾਬੂ ਕੀਤਾ ਗਿਆ। ਰਸੂਖਦਾਰ ਹੋਟਲ ਮਾਲਕਾਂ ਤੋਂ ਰੰਗਦਾਰੀ ਇਸ ਦੇ ਵੱਲੋਂ ਮੰਗੀ ਜਾਂਦੀ ਸੀ, ਜਿਸ ਨੂੰ ਹੁਣ ਕਾਬੂ ਕਰ ਲਿਆ ਗਿਆ ਹੈ। ਔਰ ਇਹ ਵੱਡੀ ਖਬਰ ਦਿਨ ਦੀ ਲਾਜ਼ਮੀ ਤੌਰ ਦੇ ਉੱਤੇ ਮੋਹਾਲੀ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। ਭੂਪੀ ਰਾਣਾ ਗੈਂਗ ਦਾ ਮੁੱਖ ਸਰਗਨਾ ਗ੍ਰਿਫਤਾਰ ਕੀਤਾ ਗਿਆ ਅੰਕਿਤ ਰਾਣਾ। ਔਰ ਕਿਹਾ ਜਾ ਰਿਹਾ ਕਿ ਇਸ ਦਾ ਕੰਮ ਹੀ ਇਹੀ ਸੀ ਕਿ ਜਿਹੜੇ ਵੱਡੇ ਵੱਡੇ ਹੋਟੇਲੀਅਰਸ ਨੇ ਜਾਂ ਫਿਰ ਵਪਾਰੀ ਨੇ ਉਹਨਾਂ ਨੂੰ ਫੋਨ ਕਰਕੇ ਰੰਗਦਾਰੀ ਮੰਗੀ ਜਾਂਦੀ ਸੀ। ਹੁਣ ਸਲਾਖਾਂ ਦੇ ਪਿੱਛੇ ਹੈ।
ਹੁਣ ਅੱਗੇ ਵਧਦੇ ਹਾਂ ਤੇ ਅਗਲੀ ਖਬਰ ਦਾ ਰੁਖ ਕਰਾਂਗੇ। ਫਤਿਹਗੜ੍ਹ ਸਾਹਿਬ ਦੇ ਵਿੱਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਸੇਬ ਦੇ ਨਾਲ ਭਰਿਆ ਟਰੱਕ ਪਲਟ ਗਿਆ, ਜਿਸ ਨੂੰ ਪਿੰਡ ਵਾਲਿਆਂ ਨੇ ਲੁੱਟ ਲਿਆ। ਜੀ ਹਾਂ, ਸੇਬ ਲੁੱਟ ਲਏ ਗਏ। ਹਾਦਸਾ ਰਜਿੰਦਰਗੜ੍ਹ ਪਿੰਡ ਦੇ ਕੋਲ ਹੋਇਆ। ਬਟਾਲਾ ਦੇ ਵਪਾਰੀ ਦਾ ਟਰੱਕ ਜੋ ਕਿ ਕਸ਼ਮੀਰ ਤੋਂ ਸੇਬ ਭਰ ਕੇ ਬਿਹਾਰ ਜਾ ਰਿਹਾ ਸੀ, ਹਾਈਵੇ ਦੇ ਉੱਤੇ ਪਲਟ ਗਿਆ, ਜਿਸ ਦੇ ਵਿੱਚ ਸਵਾਰ ਡਰਾਈਵਰ ਅਤੇ ਹੋਰ ਸ਼ਖਸ ਜ਼ਖਮੀ ਹੋ ਗਏ। ਜਦੋਂ ਵਾਪਸ ਆਏ ਤਾਂ ਦੇਖਿਆ ਕਿ ਉਹਨਾਂ ਦੇ ਟਰੱਕ ਤੋਂ ਸੇਬ ਦੀਆਂ ਪੇਟੀਆਂ ਲੋਕ ਲੈ ਕੇ ਜਾ ਰਹੇ ਸਨ। ਉਹਨਾਂ ਦੇ ਪਹੁੰਚਣ ਤੱਕ ਤਕਰੀਬਨ ਟਰੱਕ ਖਾਲੀ ਹੋ ਚੁੱਕਾ ਸੀ। ਚਾਹ ਪੀ ਕੇ ਮਗਰੇ ਉੱਥੇ ਹੀ ਬਹਿ ਗਏ, ਅੰਦਰ 10 ਮਿੰਟ ਠਹਿਰ ਕੇ ਚੱਲਦੇ ਚਾਹ ਪੀ ਗਏ। ਆ ਮੁੰਡਾ ਆਇਆ ਮਟਰਾਂ ਵਾਲੀ ਗੱਡੀ 'ਚ, ਅਸੀਂ ਇਹਨੂੰ ਫੋਨ ਕਰਕੇ ਨਵਾ ਲਿਆ ਸੀਗਾ, ਤੁਸੀਂ ਉੱਤਰ ਜਾ ਕੇ ਗੱਡੀ ਪਲਟ ਗਈ। ਪਰ ਇਹ ਥੋੜਾ ਪਤਾ ਵੀ ਇਹ ਬੇਇਨਸਾਫੀ ਪੰਜਾਬ ਹੈ। ਟਰੱਕ ਦੇ ਵਿੱਚ ਕੁੱਲ ਮਿਲਾ ਕੇ 1260 ਪੇਟੀਆਂ ਸਨ, ਜਿਸ ਦੇ ਵਿੱਚੋਂ ਇੱਕ ਵੀ ਨਹੀਂ ਬਚੀ। ਸਾਰੀਆਂ ਪੇਟੀਆਂ ਲੁੱਟ ਲਈਆਂ ਗਈਆਂ, ਜਿਸ ਦੀਆਂ ਤਸਵੀਰਾਂ ਵੀ ਕਿਸੇ ਪ੍ਰਤੱਖਦਰਸ਼ੀ ਨੇ ਫੋਨ ਦੇ ਵਿੱਚ ਰਿਕਾਰਡ ਕਰ ਲਈਆਂ। ਇਹ ਪੰਜਾਬ ਆ, ਇੱਥੇ ਦੇ ਇੱਕ ਸੇਬ ਖਾਣ ਲੱਗਿਆ ਲੋਕੀ ਜਨਾਹ ਸਮਝਦੇ ਵੀ ਬੰਦੇ ਦਾ ਨੁਕਸਾਨ ਹੋ ਗਿਆ ਇੰਨਾ, ਪਰ ਇਹ ਬੰਦਿਆਂ ਨੂੰ ਇੱਕ ਮਿੰਟ ਦੀ ਸ਼ਰਮ ਨਹੀਂ ਆਈ ਵੀ ਗੱਡੀ 'ਚ 1260 ਪੇਟੀਆਂ। ਹੁਣ ਟਰੱਕ ਚਾਲਕ ਪਰੇਸ਼ਾਨ ਸੀ ਕਿ ਉਹ ਮਾਲਿਕ ਨੂੰ ਕੀ ਜਵਾਬ ਦੇਵੇਗਾ, ਜਿਸ ਦਾ ਲੱਖਾਂ ਦਾ ਸੇਬ ਲੁੱਟ ਲਿਆ ਗਿਆ ਹੋਵੇ। ਉਹ ਕਿਵੇਂ ਇਸ ਦੀ ਭਰਪਾਈ ਕਰੇਗਾ ਅਤੇ ਕਿੱਥੋਂ ਕਰੇਗਾ? ਤਾਂ ਸਵਾਲ ਤਾਂ ਜ਼ਰੂਰ ਹੈ ਕਿ ਇੱਕ ਤਾਂ ਪਹਿਲਾਂ ਮੁਸੀਬਤ ਉਹਨਾਂ ਦੇ ਉੱਤੇ ਆਈ ਹੋਈ ਸੀ, ਟਰੱਕ ਪਲਟ ਗਿਆ ਸੀ, ਖੁਦ ਜ਼ਖਮੀ ਸੀ, ਪਰ ਦੂਜੇ ਪਾਸੇ ਲੋਕਾਂ ਨੇ ਮੌਕਾ ਦੇਖਿਆ ਤੇ ਟਰੱਕ ਦੇ ਵਿੱਚ ਪਏ ਸੇਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੇ ਹੱਥ 'ਚ ਜਿੰਨੀਆਂ ਪੇਟੀਆਂ ਆਈਆਂ ਉਹ ਚੁੱਕ ਲਈਆਂ ਗਈਆਂ। ਖੈਰ, ਜਦੋਂ ਦੁਰਘਟਨਾ ਹੋਣ ਦੇ ਉੱਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਬਚਾਉਣ ਦੀ ਥਾਂ ਸੇਬ ਲੁੱਟਣ ਦੇ ਉੱਤੇ ਫੋਕਸ ਹੋਵੇ, ਜਦੋਂ ਇਨਸਾਨੀਅਤ ਦਿਖਾਉਣ ਦੇ ਵਿੱਚ ਲੋਕ ਅੱਗੇ ਨਾ ਆਉਣ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਹਾਂ। ਸਾਡਾ ਅੱਜ ਦਾ ਸਵਾਲ ਇਸੇ ਮੁੱਦੇ ਦੇ ਨਾਲ ਜੁੜਿਆ ਹੋਇਆ, ਸੇਬ ਉਤਪਾਦਨ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਸੇਬ ਦੀ ਇਹ ਪੂਰੀ ਘਟਨਾ ਵਾਪਰੀ ਹੈ। ਸੇਬ ਦੀਆਂ ਜਿਹੜੀਆਂ ਪੇਟੀਆਂ ਲੁੱਟੀਆਂ ਗਈਆਂ, ਇਸ ਕਰਕੇ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੇਬ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਕਿੱਥੇ ਹੈ। ਤਾਂ ਅੱਜ ਦਾ ਸਵਾਲ ਇਹ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਸੇਬ ਦਾ ਉਤਪਾਦਨ ਕਿਹੜੇ ਸੂਬੇ ਦੇ ਵਿੱਚ ਹੁੰਦਾ ਹੈ। 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। A ਹਿਮਾਚਲ ਪ੍ਰਦੇਸ਼, B ਉੱਤਰਾਖੰਡ, ਆਪਸ਼ਨ C ਜੰਮੂ ਕਸ਼ਮੀਰ ਜਾਂ ਫਿਰ ਆਪਸ਼ਨ D ਅਰੁਣਾਚਲ ਪ੍ਰਦੇਸ਼। ਤਾਂ ਸਭ ਤੋਂ ਜ਼ਿਆਦਾ ਜਿਹੜੀ ਸੇਬ ਦੀ ਪੈਦਾਵਾਰ ਹੈ ਉਹ ਕਿਹੜੇ ਸੂਬੇ ਦੇ ਵਿੱਚ ਹੁੰਦੀ ਹੈ? ਅੱਜ ਪ੍ਰੋਗਰਾਮ ਦੇ ਦੌਰਾਨ ਇਸ ਸਵਾਲ ਦਾ ਜਵਾਬ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਉੱਤੇ ਖਿੱਚੋਤਾਣ ਦੇ ਵਿਚਾਲੇ ਇੱਕ ਵੱਡਾ ਬਦਲਾਅ ਕੀਤਾ ਗਿਆ। ਐਡ ਹੌਕ ਕਮੇਟੀ ਬਣਾ ਦਿੱਤੀ ਗਈ ਹਰਿਆਣਾ ਦੀ ਸਰਕਾਰ ਦੇ ਵੱਲੋਂ। ਹਰਿਆਣਾ ਸਰਕਾਰ ਨੇ 38 ਮੈਂਬਰਾਂ ਦੀ ਐਡ ਹੌਕ ਕਮੇਟੀ ਬਣਾ ਦਿੱਤੀ। ਅਗਲੀਆਂ ਚੋਣਾਂ ਤੱਕ ਐਡ ਹੌਕ ਕਮੇਟੀ ਹਰਿਆਣਾ ਦੇ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਸਾਰੇ ਕੰਮ ਵੇਖੇਗੀ। ਇਸ 38 ਮੈਂਬਰੀ ਕਮੇਟੀ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਜਗਦੀਸ਼ ਸਿੰਘ ਝਿੰਡਾ ਨੂੰ ਵੀ ਥਾਂ ਮਿਲੀ ਹੈ, ਪਰ ਝਿੰਡਾ ਹੀ ਇਸ ਕਮੇਟੀ ਤੇ ਸਵਾਲ ਚੁੱਕ ਰਹੇ ਨੇ। ਉਧਰ HSGPC ਐਡ ਹੌਕ ਕਮੇਟੀ ਦੇ ਗਠਨ ਦੇ ਉੱਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਖਾਸਾ ਨਾਰਾਜ਼ ਨੇ। ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਮੰਨੀਏ ਤਾਂ ਸਭ ਕੁਝ ਸਹੀ ਹੈ, ਸੁप्रीम कोर्ट ਦੀਆਂ गाइडलाइंस ਦੇ ਮੁਤਾबिक हो ਰਿਹਾ है। देखिए, सुप्रीम कोर्ट का फैसला हुआ है, इसमें हमने कोई लेना देना नहीं है। सुप्रीम कोर्ट के फैसले के अनुसार जो चीज़ें होती हैं उसका पालन कराना जो होता है वो सरकारों का काम होता है। सुप्रीम कोर्ट जो है सर्वोपरि है। ਜ਼ਿਕਰ ਖਾਸ ਹੈ ਕਿ ਸੁਪਰੀਮ ਕੋਰਟ ਨੇ ਹਰਿਆਣਾ ਦੀ ਹੁੱਡਾ ਸਰਕਾਰ ਦੇ ਵੱਲੋਂ ਬਣਾਏ ਗਏ ਗੁਰਦੁਆਰਾ ਪ੍ਰਬੰਧਨ ਐਕਟ ਨੂੰ ਬਰਕਰਾਰ ਰੱਖਿਆ ਸੀ, ਜਿਸ ਦੇ ਨਾਲ SGPC ਨੂੰ ਵੱਡਾ ਝਟਕਾ ਲੱਗਿਆ ਸੀ ਅਤੇ ਹੁਣ ਐਡ ਹੌਕ ਕਮੇਟੀ ਦੇ ਗਠਨ ਦੇ ਨਾਲ ਮਾਮਲਾ ਹੋਰ ਗਰਮਾਇਆ ਨਜ਼ਰ ਆਉਂਦਾ ਹੈ। ਉਧਰ ਬੀਜੇਪੀ ਨੇ ਪੰਜਾਬ ਦੇ ਲਈ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਨੇ। ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਲੋਂ ਇਹ ਲਿਸਟ ਜਾਰੀ ਕਰ ਦਿੱਤੀ ਗਈ। ਬੀਜੇਪੀ ਅਹੁਦੇਦਾਰਾਂ ਦੀ ਨਵੀਂ ਲਿਸਟ ਦੇ ਵਿੱਚ ਕੇਵਲ ਸਿੰਘ ਢਿੱਲੋਂ, ਫਤਿਹਜੰਗ ਸਿੰਘ ਬਾਜਵਾ, ਰਾਜਕੁਮਾਰ ਵੇਰਕਾ, ਸੁਭਾਸ਼ ਸ਼ਰਮਾ ਅਤੇ ਜੈਇੰਦਰ ਕੌਰ ਸਣੇ ਕੁੱਲ 11 ਮੀਤ ਪ੍ਰਧਾਨ ਬਣਾਏ ਗਏ ਨੇ। ਇਸ ਤੋਂ ਇਲਾਵਾ ਗੁਰਪ੍ਰੀਤ ਕਾਂਗੜ ਸਣੇ 5 ਹੋਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨਵੀਂ ਟੀਮ ਜਿਹੜੀ ਹੈ ਉਹ ਫੇਰ ਦੁਬਾਰਾ ਤੋਂ ਹੁਣ ਆਉਣ ਵਾਲਾ ਜਿਹੜਾ ਸਾਡਾ 2024 ਦੀਆਂ ਲੋਕ ਸਭਾ ਚੋਣਾਂ ਹੈ, 2027 ਦੀਆਂ ਵਿਧਾਨ ਸਭਾ ਚੋਣਾਂ ਹੈ, ਕਾਰਪੋਰੇਸ਼ਨ ਚੋਣਾਂ ਹੈ ਔਰ ਪਾਰਟੀ ਪੰਜਾਬ ਦੇ ਹਰ ਪਿੰਡ ਤੱਕ ਪਹੁੰਚੇ, ਸ਼ਹਿਰਾਂ ਦੇ ਵਿੱਚ ਹਰ ਗਲੀ ਮੁਹੱਲੇ ਤੱਕ ਪਹੁੰਚੇ, ਇਹ ਨਵੀਂ ਟੀਮ ਦਾ ਪ੍ਰਯਾਸ ਰਹੇਗਾ ਔਰ ਸਾਡਾ ਪੰਜਾਬ ਫਿਰ ਇੱਕ ਵਾਰੀ ਅੱਗੇ ਵਧੇ, ਵਿਕਾਸ ਦੀਆਂ ਲੀਹਾਂ ਤੇ ਵੀ ਔਰ ਭਾਈਚਾਰੇ ਦੇ ਨਾਤੇ ਵੀ ਅੱਗੇ ਵਧੇ, ਐਸੀ ਸਾਡੀ ਸੋਚ ਹੈ, ਉਹ ਲੈ ਕੇ ਭਾਜਪਾ ਅੱਗੇ ਵਧੇਗੀ।
ਪੰਜਾਬ ਬੀਜੇਪੀ ਮਿਸ਼ਨ 2024 ਦੇ ਲਈ ਲਗਾਤਾਰ ਟੀਮ ਦੇ ਵਿੱਚ ਬਦਲਾਅ ਕਰਨ 'ਚ ਜੁਟੀ ਹੈ। ਇਸ ਲੜੀ ਦੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਸਣੇ ਕਾਂਗਰਸ ਦੇ ਸਾਬਕਾ 3 ਵੱਡੇ ਦਿੱਗਜਾਂ ਨੂੰ ਆਪਣੀ ਟੀਮ ਦੇ ਵਿੱਚ ਥਾਂ ਦਿੱਤੀ ਗਈ ਸੀ। ਕਾਂਗਰਸ ਦੇ ਬੁਲਾਰੇ ਰਹੇ ਜੈਵੀਰ ਸ਼ੇਰਗਿੱਲ ਵੀ ਬੀਜੇਪੀ 'ਚ ਸ਼ਾਮਲ ਹੋਏ ਸਨ। ਕੌਮੀ ਬੁਲਾਰਾ ਬਣਾ ਦਿੱਤਾ ਗਿਆ ਸੀ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਸੁਨੀਲ ਜਾਖੜ ਨੂੰ ਨੈਸ਼ਨਲ ਐਗਜ਼ੀਕਟਿਵ ਕਮੇਟੀ ਦਾ ਮੈਂਬਰ ਬਣਾਇਆ ਗਿਆ। ਤਾਂ ਕਰੀਬ 1 ਸਾਲ ਪਹਿਲਾਂ ਇਹ ਕਾਂਗਰਸ ਦੇ ਵੱਡੇ ਦਿੱਗਜ ਨੇ ਜੋ ਕਾਂਗਰਸ ਦਾ ਬਿਲਕੁਲ ਪੰਜਾਬ ਦੇ ਵਿੱਚ ਚਿਹਰਾ ਸੀ, ਉਹ ਚਾਹੇ ਸੁਨੀਲ ਜਾਖੜ ਹੋਣ ਜਾਂ ਫਿਰ ਅਸੀਂ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਦਾ ਕਰੀਏ। ਪਰ ਹਾਲਾਤ ਬਦਲੇ ਨੇ, ਕਾਂਗਰਸ ਨੂੰ ਅਲਵਿਦਾ ਕਿਹਾ ਤੇ ਦੂਜੇ ਪਾਸੇ ਯਾਨੀ ਬੀਜੇਪੀ ਵਾਲੇ ਪਾਸੇ ਚਲੇ ਗਏ। ਬੀਜੇਪੀ ਕਾਂਗਰਸ ਤੋਂ ਆਏ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਥਾਂ ਵੀ ਵੱਖ-ਵੱਖ ਕਮੇਟੀਆਂ ਦੇ ਵਿੱਚ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸਾਫ਼ ਹੈ ਕਿ ਫੋਕਸ ਔਰ ਨਜ਼ਰਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਉੱਤੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਰਹੱਦ ਤੋਂ ਵੱਡੀ ਖਬਰ ਹੈ। ਸਰਹੱਦ ਨੇੜੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਫਾਜ਼ਿਲਕਾ ਦੇ ਵਿੱਚ 125 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਗਈ ਔਰ ਬੀਐਸਐਫ ਨੇ 26 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਨਸ਼ੇ ਦੇ ਨਾਲ ਪਿਸਤੌਲ ਅਤੇ ਕਾਰਤੂਸ ਵੀ ਮਿਲੇ। ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਖੇਪ ਸੁੱਟੀ ਗਈ ਸੀ ਔਰ ਸਰਚ ਆਪਰੇਸ਼ਨ ਦੌਰਾਨ ਵੱਖ-ਵੱਖ ਪੈਕੇਟਸ ਦੇ ਵਿੱਚੋਂ ਇਹ ਡਰੱਗਸ ਬਰਾਮਦ ਕੀਤੀ ਗਈ। ਕਾਬਿਲੇ ਗੌਰ ਹੈ ਕਿ ਵਾਰ-ਵਾਰ ਹੋ ਰਿਹਾ ਕਿ ਬਿਲਕੁਲ ਜਿਹੜੇ ਬਾਰਡਰ ਵਾਲੇ ਇਲਾਕੇ ਨੇ ਉੱਥੇ ਜਿਹੜੀ ਨਸ਼ੇ ਦੀ ਖੇਪ ਹੈ ਜਾਂ ਫਿਰ ਹਥਿਆਰ ਨੇ ਡਰੋਨ ਦੇ ਜ਼ਰੀਏ ਸੁੱਟੇ ਜਾ ਰਹੇ ਨੇ, ਜੋ ਚਿੰਤਾ ਵਾਲਾ ਵਿਸ਼ਾ ਜ਼ਰੂਰ ਹੈ। ਸਾਡੀ ਰਹਿਸ਼ ਫਾਜ਼ਿਲਕਾ ਤੋਂ ਆਏ ਜਦੋਂ ਢਾਣੀ ਤੇ ਅੱਗੋਂ ਪਤਾ ਲੱਗਿਆ ਵੀ ਰਾਤ ਕੋਈ ਡਰੋਨ ਹੈਗਾ ਆਇਆ, ਉਹਦੇ ਤੇ ਵੀ 25 ਪੈਕਟ ਆਏ ਨੇ ਹੈਰੋਇਨ ਦੇ। ਬਾਕੀ ਕੋਈ ਅਸਲਾ ਹੈ, ਕੋਈ ਮੈਗਜ਼ੀਨ ਹੈ, ਰਿਵਾਲਵਰ ਹੈ। ਬਹੁਤ ਵਧੀਆ ਕੰਮ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਇੱਥੇ ਕੰਪਨੀ ਕਮਾਂਡਰ ਸੀਗੇ ਪ੍ਰੈਜ਼ੈਂਟ, ਉਹਨਾਂ ਨੇ ਬਹੁਤ ਹੀ ਅਲਰਟਨੈਸ ਸ਼ੋ ਕੀਤੀ ਤੇ ਮੌਕੇ ਤੇ ਉਹਨਾਂ ਨੇ ਜਿਹੜੀ ਇਹ ਰਿਕਵਰੀ ਕਰਨ ਦੀ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਦਿੱਲੀ ਦੇ ਤਿਲਕ ਨਗਰ ਦੇ ਵਿੱਚ ਇੱਕ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਕਾਤਲ ਅਤੇ ਮਹਿਲਾ ਲਿਵ ਇਨ ਪਾਰਟਨਰ ਵੀ ਸਨ। ਮ੍ਰਿਤਕ ਦੀ ਪਹਿਚਾਣ ਰੇਖਾ ਰਾਣੀ ਦੇ ਰੂਪ ਦੇ ਵਿੱਚ ਹੋਈ, ਜੋ ਮੁਲਜ਼ਮ ਮਨਪ੍ਰੀਤ ਦੇ ਨਾਲ ਲਿਵ ਇਨ ਪਾਰਟਨਰ ਦੇ ਵਿੱਚ ਰਹਿ ਰਹੀ ਸੀ। ਰਾਣੀ ਦੀ ਇੱਕ 16 ਸਾਲ ਦੀ ਬੇਟੀ ਵੀ ਹੈ। ਮਹਿਲਾ ਦੇ ਜਬੜੇ, ਗਲੇ ਅਤੇ ਹੱਥ ਦੇ ਉੱਤੇ ਚਾਕੂਆਂ ਦੇ ਨਾਲ ਵਾਰ ਕੀਤਾ ਗਿਆ ਅਤੇ ਮੁਲਜ਼ਮ ਭੱਜ ਗਿਆ। ਹਾਲਾਂਕਿ ਦਿੱਲੀ ਪੁਲਿਸ ਨੇ ਮਨਪ੍ਰੀਤ ਨੂੰ ਪਟਿਆਲਾ ਤੋਂ गिरफ्तार कर लिया। पुलिस मौके पर पहुंची तो घर बाहर से बंद था। हमने कॉलर को बुला के उस घर को ओपन किया। ऊपर जा कॉल जो है जो महिला डेड थी, जो घर खुलवाने के बाद पता चला 36 साल की महिला वहाँ पे डेड थी। कॉल उनकी बेटी और उनकी रिलेटिव ने की थी। ਦੱਸਿਆ ਜਾ ਰਿਹਾ ਕਿ ਮਨਪ੍ਰੀਤ ਦਿੱਲੀ ਦੇ ਵਿੱਚ ਸੈਕੰਡ ਹੈਂਡ ਕਾਰਾਂ ਦੀ ਖਰੀਦ ਫਰੋਖਤ ਦਾ ਕੰਮ ਕਰਦਾ ਹੈ। ਮਨਪ੍ਰੀਤ ਵੀ ਵਿਆਹਿਆ ਹੋਇਆ ਹੈ। 2015 ਦੇ ਵਿੱਚ ਉਹ ਰਾਣੀ ਨਾਮ ਦੀ ਮਹਿਲਾ ਦੇ ਸੰਪਰਕ ਦੇ ਵਿੱਚ ਆਇਆ। ਮਨਪ੍ਰੀਤ ਨੇ ਇਸ ਤੋਂ ਬਾਅਦ ਗਣੇਸ਼ ਨਗਰ ਦੇ ਵਿੱਚ ਇੱਕ ਮਕਾਨ ਕਿਰਾਏ ਦੇ ਉੱਤੇ ਲਿਆ, ਜਿਸ ਦੇ ਵਿੱਚ ਉਹ ਰੇਖਾ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗਾ। ਹੌਲੀ-ਹੌਲੀ ਉਸ ਨੂੰ ਲੱਗਿਆ ਕਿ ਹੁਣ ਉਹ ਇਸ ਰਿਸ਼ਤੇ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਲਈ ਉਸਨੇ ਰਾਣੀ ਦਾ ਕਤਲ ਕਰਨ ਦਾ ਪਲਾਨ ਬਣਾਇਆ ਅਤੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਿ ਜਦੋਂ ਕਿਸੇ ਦੇ ਨਾਲ ਲਿਵ ਇਨ ਪਾਰਟਨਰ ਹੋਵੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਸ਼ਖਸ ਰਹਿ ਰਿਹਾ ਹੋਵੇ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦੇਵੇ, ਫਿਰ ਫਰਕ ਤਾਂ ਪੈਂਦਾ ਹੈ ਤੇ ਸਵਾਲ ਉੱਠਦੇ ਨੇ ਕਿ ਆਖਿਰ ਇੱਕ ਕਿਹੋ ਜਿਹਾ ਪਿਆਰ ਸੀ ਜਿਸ ਦਾ ਇਜ਼ਹਾਰ ਇੱਕ ਦੂਜੇ ਨੂੰ ਦੋਵੇਂ ਕਰਦੇ ਸੀ। ਉਧਰ ਲੁਧਿਆਣਾ ਦੇ ਵਿੱਚ ਬੇਖੌਫ ਬਦਮਾਸ਼ ਨੇ ਤੇ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਚਪਟੀਆਂ ਨੇ ਤੇ ਵਾਲੀਆਂ ਚਪਟ ਕੇ ਇਹ ਬਦਮਾਸ਼ ਫਰਾਰ ਹੋ ਗਏ। ਬਾਈਕ ਦੇ ਉੱਤੇ ਆਏ ਸੀ 2 ਸਨੈਚਰ ਤੇ ਘਰੋਂ ਸੈਰ ਕਰਨ ਦੇ ਲਈ ਇਹ ਬਜ਼ੁਰਗ ਮਹਿਲਾ ਨਿਕਲੀ ਸੀ ਤੇ ਉਸ ਦੌਰਾਨ ਹੀ ਇਹਨਾਂ ਸਨੈਚਰਸ ਦੇ ਵੱਲੋਂ ਬਜ਼ੁਰਗ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ। ਕੁਝ ਤਸਵੀਰਾਂ ਨਜ਼ਰ ਆ ਰਹੀਆਂ ਨੇ, ਹਾਲਾਂਕਿ ਦੋਵਾਂ ਨੇ ਲੱਗ ਰਿਹਾ ਕਿ ਹੈਲਮਟ ਪਾਇਆ ਹੋਇਆ ਹੈ ਔਰ ਇਸ ਕਰਕੇ ਉਹਨਾਂ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋਏਗੀ। ਪਰ ਉਸ ਤੋਂ ਬਾਅਦ ਉੱਥੋਂ ਚਲੇ ਗਏ। ਬਜ਼ੁਰਗ ਮਹਿਲਾ ਬਿਲਕੁਲ ਪਿੱਛੇ ਜਾਣ ਦੀ ਕੋਸ਼ਿਸ਼ ਕਰਦੇ ਆ, ਪਰ ਜਿਹੜੇ ਬਜ਼ੁਰਗ ਮਹਿਲਾ ਨਜ਼ਰ ਆ ਰਹੇ ਨੇ ਉਹਨਾਂ ਨੂੰ ਸ਼ਾਇਦ ਉਹਨਾਂ ਤੋਂ ਤੁਰਨਾ ਵੀ ਬਹੁਤ ਆਸਾਨ ਉਹਨਾਂ ਦੇ ਲਈ ਨਹੀਂ ਸੀ। ਮੁਸ਼ਕਿਲ ਦੇ ਨਾਲ ਤੁਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਿੱਛਾ ਜ਼ਿਆਦਾ ਨਹੀਂ ਕਰ ਪਾਏ, ਪਰ ਇਹ ਝਪਟ ਵਾਲੀਆਂ ਤਸਵੀਰਾਂ ਜ਼ਰੂਰ ਸਾਹਮਣੇ ਆ। ਅੱਗੇ ਵਧਦੇ ਤੇ ਖਬਰ ਇੱਕ ਅੰਮ੍ਰਿਤਸਰ ਤੋਂ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਨੇ ਹੰਗਾਮਾ ਕੀਤਾ। ਜੀ ਹਾਂ, ਨੈਸ਼ਨਲ ਆਰਥੋਪੈਡਿਕ ਕਾਨਫਰੰਸ ਦੇ ਵਿੱਚ ਬਵਾਲ ਹੋ ਗਿਆ। ਸਟੂਡੈਂਟ ਯੂਨੀਅਨ ਨੇ ਨਾਅਰੇਬਾਜ਼ੀ ਕੀਤੀ ਤੇ ਕਾਨਫਰੰਸ ਦੌਰਾਨ ਡਾਕਟਰਾਂ ਦੇ ਵੱਲੋਂ ਸਿਗਰਟ ਪੀਣ ਦੇ ਉੱਤੇ ਇਹ ਪੂਰਾ ਹੰਗਾਮਾ ਹੋਇਆ ਸੀ। ਵਿਦਿਆਰਥੀਆਂ ਨੇ ਗੋ ਬੈਕ ਦੇ ਨਾਅਰੇ ਲਗਾਏ। GNDU ਦੇ ਵੱਲੋਂ ਪ੍ਰਬੰਧਿਤ ਕੀਤੀ ਗਈ ਸੀ ਇਹ ਕਾਨਫਰੰਸ ਔਰ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਕਿ ਸਿਗਰਟ ਪੀਣ ਨੂੰ ਲੈ ਕੇ ਵਿਵਾਦ ਹੋਇਆ ਔਰ ਗੋ ਬੈਕ ਦੇ ਨਾਅਰੇ ਉੱਥੇ ਸਟੂਡੈਂਟਸ ਦੇ ਵੱਲੋਂ ਲਗਾ ਦਿੱਤੇ ਗਏ।
ਉਧਰ ਤਰਨਤਾਰਨ ਦੇ ਵਿੱਚ ਸਕੂਲ ਬੱਸ ਅਤੇ ਟਰੱਕ ਦੀ ਆਮੋ ਸਾਹਮਣੇ ਦੀ ਟੱਕਰ ਹੋ ਗਈ। ਹਾਦਸੇ ਦੇ ਵਿੱਚ ਇੱਕ ਬੱਚੇ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ। ਹਾਦਸਾ ਧੁੰਦ ਦੀ ਵਜ੍ਹਾ ਦੇ ਨਾਲ ਹੋਇਆ। ਟੱਕਰ ਇੰਨੀ ਭਿਆਨਕ ਸੀ ਕਿ ਸਕੂਲ ਬੱਸ ਹੀ ਪਲਟ ਗਈ, ਜਿਸ ਦੇ ਵਿੱਚ ਇੱਕ 8 ਸਾਲ ਦੇ ਬੱਚੇ ਅਤੇ ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਰੌਲਾ ਪਿਆ, ਲੋਕ ਇਕੱਠੇ ਹੋਏ ਤੇ ਜ਼ਖਮੀ ਬੱਚਿਆਂ ਨੂੰ ਬੱਸ ਤੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਸਕੂਲ ਦੀ ਇੱਕ ਬੱਸ ਜਿਹੜੀ ਉਹ ਟਕਰਾ ਗਈ। ਹੁਣ ਕਿਹਨਾਂ ਹਾਲਾਤਾਂ 'ਚ ਟਕਰਾਈ ਹੈ ਉਹ ਤੇ ਬਾਅਦ ਚੋਂ ਪਾਰਟ ਆਫ ਇਨਵੈਸਟੀਗੇਸ਼ਨ ਪੁਲਿਸ ਦੇਖੇਗੀ ਜਿਸ ਤਰ੍ਹਾਂ ਵੀ ਹੈਗਾ। ਪਰ ਇਹਦੇ ਵਿੱਚ ਜੇ ਦੇਖਿਆ ਜਾਵੇ ਨਾ, ਸੇਫ ਸਕੂਲ ਬੱਸ ਨਵੀਂ ਸੀ, ਉਹਨਾਂ ਦੀ ਵਧੀਆ ਬੱਸ ਸੀ। ਉਹ ਸ਼ਾਇਦ ਮੌਕੇ 'ਤੇ ਜਦੋਂ ਲੋਕੀ ਦੱਸ ਰਹੇ ਨੇ, ਜਦੋਂ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਉੱਥੋਂ ਦਾ ਥੜਾ ਹਿੱਸਾ ਜਿਹੜਾ ਆਲਮੋਸਟ ਪੂਰਾ ਡੈਮੇਜ ਹੋ ਚੁੱਕਾ ਸੀ ਤੇ ਉਹਨੇ ਇੱਕੋ ਹੀ ਗੱਲ ਕਹੀ, ਬੱਚਿਆਂ ਨੂੰ ਕਿਸੇ ਨੂੰ ਕੋਈ ਨੁਕਸਾਨ ਤੇ ਨਹੀਂ ਹੋਇਆ। ਸੋ ਡਰਾਈਵਰ ਵੀ ਬੜਾ ਅਵੇਅਰ ਸੀ। ਚਲੋ ਅਨਫੋਰਚੂਨੇਟਲੀ ਦੁਨੀਆ ਤੋਂ ਚਲਾ ਗਿਆ ਵੇ ਤੇ ਬੱਸ ਵੀ ਨਵੀਂ ਸੀ। ਹਾਦਸਾ ਤਰਨਤਾਰਨ ਦੇ ਸ਼ੇਖ ਚੱਕ ਪਿੰਡ ਦੇ ਵਿੱਚ ਹੋਇਆ। ਸਕੂਲ ਬੱਸ ਬੱਚਿਆਂ ਨੂੰ ਪਿੰਡ ਤੋਂ ਸਕੂਲ ਲੈ ਕੇ ਜਾਣ ਦੇ ਲਈ ਨਿਕਲੀ ਸੀ। ਜਿਸ ਸਮੇਂ ਹਾਦਸਾ ਹੋਇਆ ਉਸ ਵਕਤ ਬੱਸ ਦੇ ਵਿੱਚ 12 ਦੇ ਕਰੀਬ ਬੱਚੇ ਮੌਜੂਦ ਸੀ। ਸਕੂਲ ਬੱਸ ਪਿੰਡ ਸ਼ੇਖ ਚੱਕ ਦੀ ਲਿੰਕ ਰੋਡ ਦੇ ਉੱਤੇ ਸੀ। ਇਸੇ ਵਕਤ ਤੇਜ਼ ਰਫ਼ਤਾਰ ਟਰੱਕ ਆਇਆ ਅਤੇ ਦੋਵਾਂ ਦੀ ਆਮੋ ਸਾਹਮਣੇ ਤੋਂ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਵਿਚਾਲੇ ਸੜਕ ਦੇ ਉੱਤੇ ਹੀ ਪਲਟ ਗਈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਲਿਆਂ ਦੇ ਬੁਲਾਉਣ ਦੇ ਉੱਤੇ ਫੌਰਨ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ। ਤਾਂ ਠੰਡ ਦੇ ਸੀਜ਼ਨ ਦੀ ਹੁਣ ਪੂਰੀ ਤਰ੍ਹਾਂ ਸ਼ੁਰੂਆਤ ਹੋ ਚੁੱਕੀ ਹੈ ਔਰ ਧੁੰਦ ਦੀ ਵਜ੍ਹਾ ਦੇ ਨਾਲ ਵਿਜ਼ਿਬਿਲਿਟੀ ਘਟੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ। ਤਾਂ ਇਸ ਲਈ ਜ਼ਰੂਰੀ ਹੋਏਗਾ ਕਿ ਰਫ਼ਤਾਰ ਦੇ ਉੱਤੇ ਤੇ ਨਾਲ ਹੀ ਪੂਰੀ ਇਹਤਿਆਤ ਵਰਤਦੇ ਹੋਏ ਹੀ ਡਰਾਈਵ ਕਰਨੀ ਹੋਵੇਗੀ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪਠਾਨਕੋਟ ਦੇ ਵਿੱਚ ਵਪਾਰੀ ਨੂੰ ਧਮਕੀ ਮਿਲੀ ਹੈ। 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਹੈ ਤੇ ਰੰਗਦਾਰੀ ਨਾ ਦੇਣ ਦੇ ਉੱਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਕਾਬਿਲੇ ਗੌਰ ਹੈ ਕਿ ਜੋ ਹੁਣ ਤੱਕ ਜਾਣਕਾਰੀ ਹੈ, ਇੱਕ ਅਨਨੋਨ ਨੰਬਰ ਤੋਂ ਫੋਨ ਕਰਕੇ ਇਹ ਰੰਗਦਾਰੀ ਮੰਗੀ ਗਈ। ਸ਼ਾਹਪੁਰ ਕੰਡੀ ਥਾਣੇ ਦੇ ਵਿੱਚ ਕੇਸ ਵੀ ਦਰਜ ਕਰ ਦਿੱਤਾ ਗਿਆ। ਮਨਵਾਲ ਦਾ ਉਹਦੀ ਚਾਦਰਾਂ ਦੀ ਦੁਕਾਨ ਆ। ਰਾਤ ਨੂੰ ਕੋਈ ਫੋਨ ਆਇਆ ਇੱਕ ਨੰਬਰ ਤੋਂ ਤੇ ਉਹਨੂੰ ਕੋਈ ਧਮਕੀ ਦਿੱਤੀ ਸੀ। ਉਹਦੀ ਦਰਖਾਸਤ ਨੂੰ ਥਾਣੇ ਦੇ ਕੇ ਤੇ SHO ਸਾਹਿਬ ਜਿਹੜੇ ਉਹਨੂੰ ਵੈਰੀਫਾਈ ਕਰ ਲਏ ਕਿ ਨੰਬਰ ਕਿਹਦੇ ਨਾਂ ਤੇ ਜੋ ਵੀ ਮੁਨਾਸਿਬ ਕਾਰਵਾਈ ਆਪਾਂ ਕਰ ਰਹੇ। ਸਰ ਕਿਹੜੇ ਨੰਬਰ ਤੋਂ ਫੋਨ ਆਇਆ? ਇੱਕ ਨੰਬਰ ਹੈ, ਮੈਂ ਮੇਰੇ ਕੋਲ ਹੈਗਾ ਲਿਖਿਆ ਹੋਇਆ ਡਾਇਰੀ 'ਚ। ਸੋ SHO ਸਾਹਿਬ ਉਹਦਾ ਕਿਹਦੇ ਨਾਂ ਤੇ ਆ, ਕੀ ਵੀ ਉਹਦਾ ਜੋ ਵੀ ਡਿਟੇਲਸ ਆਪਾਂ ਦੇਖ ਲਏ। ਸਰ ਕੀ ਧਮਕੀ ਬਾਰੇ ਕੀ? ਬਸ ਉਹ ਜਿੱਦਾਂ ਪੈਸੇ ਬਾਰੇ ਕੋਈ ਕਹਿ ਰਿਹਾ ਸੀ ਮੈਨੂੰ, ਉਹਦੇ ਬਾਅਦ ਉਹਨੂੰ ਫੋਨ ਬੰਦ ਕਰਤਾ ਬੰਦੇ ਨੇ। ਸੋ ਆਪਾਂ ਪਹਿਲਾਂ ਵੈਰੀਫਾਈ ਕਰ ਰਹੇ ਹਾਂ ਵੀ ਕੀ ਬੰਦਾ ਕੌਣ ਹੈ, ਕੀ ਜਾਂ ਕੋਈ ਸ਼ਰਾਰਤੀ ਆਦਮੀ ਹੈ ਜਾਂ ਕੌਣ ਹੈ। ਇਸ ਦੇ ਕਰੀਬ ਤਾਂ ਧਮਕੀਆਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ, ਪਰ ਸਵਾਲ ਇਹ ਹੈ ਕਿ ਧਮਕੀ ਦੇ ਕੌਣ ਰਿਹਾ ਹੈ ਤੇ ਦੂਜੇ ਪਾਸੇ ਕਿਸ ਦੇ ਨਾਮ ਦੇ ਉੱਤੇ ਦਿੱਤੀ ਜਾ ਰਹੀ ਹੈ। ਅੱਗੇ ਵਧਦੇ ਹਾਂ ਤੇ ਵਾਰੀ ਹੁਣ ਅੱਜ ਦੇ ਸਵਾਲ ਦੀ ਹੈ ਤੇ ਸਵਾਲ ਦਾ ਜਵਾਬ ਉਹ ਦੱਸਣ ਦਾ ਵੀ ਵੇਲਾ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਟਰੱਕ ਪਲਟਿਆ, ਉਸ ਦੇ ਵਿੱਚੋਂ ਸੇਬ ਸੀ। 1260 ਪੇਟੀਆਂ ਸੇਬ ਦੀਆਂ ਲੋਕ ਚੁੱਕ ਕੇ ਲੈ ਗਏ। ਟਰੱਕ ਨੂੰ ਲੁੱਟ ਲਿਆ ਗਿਆ। ਜ਼ਖਮੀ ਦਾ ਹਾਲ ਨਹੀਂ ਜਾਣਿਆ। ਫਤਿਹਗੜ੍ਹ ਸਾਹਿਬ ਪੰਜਾਬ ਦੀ ਇਹ ਘਟਨਾ ਵਾਇਰਲ ਵੀਡੀਓ ਹੈ, ਤੁਹਾਡੇ ਤੱਕ ਵੀ ਪਹੁੰਚੀ ਹੋਏਗੀ, ਉਹ ਅਸੀਂ ਦਿਖਾਈ ਹੈ। ਤੇ ਇਸ ਕਰਕੇ ਅਸੀਂ ਸੇਬ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਿਆ ਕਿ ਦੇਸ਼ ਦੇ ਸਭ ਤੋਂ ਵੱਧ ਸੇਬ ਉਤਪਾਦਨ ਕਿਹੜੇ ਸੂਬੇ ਦੇ ਵਿੱਚ ਹੁੰਦਾ ਹੈ। 4 ਆਪਸ਼ਨ ਤੁਹਾਨੂੰ ਦਿੱਤੀਆਂ। A ਹਿਮਾਚਲ ਪ੍ਰਦੇਸ਼, B ਉੱਤਰਾਖੰਡ, C ਜੰਮੂ ਕਸ਼ਮੀਰ ਜਾਂ D ਅਰੁਣਾਚਲ ਪ੍ਰਦੇਸ਼। ਤਾਂ ਸਹੀ ਜਵਾਬ ਕੀ ਹੈ? ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਹੀ ਜਵਾਬ। ਤਾਂ ਸਹੀ ਜਵਾਬ ਹੈ ਆਪਸ਼ਨ C। ਜੀ ਆਪਸ਼ਨ C ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਵੱਧ ਦੇਸ਼ ਦੇ ਵਿੱਚ ਸੇਬ ਦਾ ਉਤਪਾਦਨ ਹੁੰਦਾ ਹੈ, ਪੈਦਾਵਾਰ ਹੁੰਦੀ ਹੈ। ਜੰਮੂ ਕਸ਼ਮੀਰ ਭਾਰਤ ਦੇ ਵਿੱਚ ਸਭ ਤੋਂ ਵੱਧ ਸੇਬ ਪੈਦਾਵਾਰ ਕਰਨ ਵਾਲਾ ਸੂਬਾ ਹੈ। ਔਰ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ 2021-2022 ਸੀਜ਼ਨ ਦੇ ਦੌਰਾਨ 2437 ਟਨ ਸੇਬ ਦੀ ਪੈਦਾਵਾਰ ਹੋਈ, ਜਿਸ ਦੇ ਵਿੱਚੋਂ ਜੰਮੂ ਕਸ਼ਮੀਰ ਦਾ ਪਹਿਲਾ ਨੰਬਰ ਹੈ ਭਾਰਤ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ, ਕਿਉਂਕਿ ਸਿਰਫ ਜੰਮੂ ਕਸ਼ਮੀਰ ਦੇ ਵਿੱਚ ਹੀ ਕਰੀਬ ਜੋ ਮੈਂ ਤੁਹਾਨੂੰ ਦੱਸਿਆ ਕਿ 2437 ਟਨ ਟੋਟਲ ਪੈਦਾਵਾਰ ਸੀ, ਜਿਸ ਦੇ ਵਿੱਚੋਂ 1719 ਯਾਨੀ ਕਿ 1719 ਜਿਹੜਾ ਸੇਬ ਹੈ ਉਹ ਪੈਦਾਵਾਰ ਸਿਰਫ ਜੰਮੂ ਕਸ਼ਮੀਰ ਦੇ ਵਿੱਚ ਹੋਈ, ਜੋ ਕੁੱਲ ਪੈਦਾਵਾਰ ਦਾ 70.54% ਬਣਦਾ ਹੈ। ਉੱਥੇ ਦੂਜੇ ਨੰਬਰ ਦੇ ਉੱਤੇ ਸੇਬ ਦੀ ਪੈਦਾਵਾਰ ਦੇ ਵਿੱਚ ਹਿਮਾਚਲ ਪ੍ਰਦੇਸ਼, ਜਿੱਥੇ ਕੁੱਲ 643 ਟਨ ਸੇਬ ਦੀ ਪੈਦਾਵਾਰ ਹੋਈ। ਤੀਜੇ ਨੰਬਰ ਦੇ ਉੱਤੇ ਉੱਤਰਾਖੰਡ ਅਤੇ ਚੌਥੇ ਨੰਬਰ ਦੇ ਉੱਤੇ ਹੈ ਅਰੁਣਾਚਲ ਪ੍ਰਦੇਸ਼।